ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਭਾਰਤੀ ਪੇਸ਼ੇਵਰਾਂ ਲਈ ਵੱਡੀ ਖੁਸ਼ਖਬਰੀ। ਅਮਰੀਕਾ ਦੇ H-1B ਵੀਜ਼ਾ ਲਈ ਰਜਿਸਟ੍ਰੇਸ਼ਨ 9 ਮਾਰਚ ਤੋਂ। ਅਮਰੀਕੀ ਸੰਸਦ ਭਵਨ ਤੇ ਹੋਏ ਹਮਲੇ ਨੂੰ ਲੈ ਕੇ MPs ਨੇ ਆਪਣੇ ਤਜਰਬਿਆਂ ਨੂੰ ਕੀਤਾ ਸਾਂਝਾ। ਕੈਲੀਫੋਰਨੀਆ ਵਿੱਚ ਸੁਪਰੀਮ ਕੋਰਟ ਨੇ ਰਾਜ ਦੁਆਰਾ ਚਰਚਾ ਉੱਤੇ ਲਾਗੂ ਕੀਤੇ ਕੁਝ ਕੋਰੋਨਾ ਨਿਯਮਾਂ ਤੇ ਲਗਾਈ ਰੋਕ। ਭਾਰਤ ਸਰਕਾਰ ਕਿਸਾਨਾਂ ਨੂੰ ਸ਼ਾਂਤਮਈ ਅੰਦੋਲਨ ਦੀ ਇਜਾਜ਼ਤ ਦੇਵੇ। ਅਮਰੀਕੀ ਕਾਂਗਰਸ ਦੇ ਭਾਰਤੀ ਕਾਕਸ ਵੱਲੋਂ ਅਪੀਲ। ਸਾਬਕਾ ਸੈਨਿਕ ਨੂੰ ਲਗਭਗ 70 ਸਾਲ ਬਾਅਦ ਪ੍ਰਾਪਤ ਹੋਇਆ ਹਾਈ ਸਕੂਲ ਡਿਪਲੋਮਾ। ਆਇਓਵਾ ਵਿੱਚ ਬਰਫੀਲੀ ਸੜਕ ਤੇ ਟਕਰਾਏ 40 ਵਾਹਨ। ਟਰੰਪ ਨੂੰ ਖੁਫੀਆ ਜਾਣਕਾਰੀ ਦੇਣ ਦੀ ਕੋਈ ਨਹੀਂ ਲੋੜ। ਬਾਈਡਨ। ਗਾਜ਼ੀਪੁਰ ਬਾਰਡਰ ਤੇ ਹੁਣ ਆਧਾਰ ਕਾਰਡ ਦਿਖਾਉਣ ਤੇ ਹੀ ਮਿਲੇਗੀ ਅੰਦੋਲਨ 'ਚ ਰੁਕਣ ਦੀ ਆਗਿਆ। ਟਿਕੈਤ ਬੋਲੇ ਮਿਲੇ ਹਿੰਸਾ ਦੇ ਇਨਪੁਟ। ਟਿਕਰੀ ਸਰਹੱਦ ਤੇ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ। ਸੁਸਾਈਡ ਨੋਟ ਵਿੱਚ ਸਰਕਾਰ ਲਈ ਲਿਖੀ ਗੱਲ। ਸੁਪਰੀਮ ਕੋਰਟ ਪਹੁੰਚਿਆ ਇੰਟਰਨੈਟ ਬੈਨ ਦਾ ਮਾਮਲਾ। ਪਟੀਸ਼ਨ ਵਿੱਚ ਇੰਟਰਨੈਟ ਪਾਬੰਦੀ ਨੂੰ ਦੱਸਿਆ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ। ਦੇਸ਼ ਭਰ ਵਿੱਚ ਚੱਕੇ ਜਾਮ ਨੂੰ ਭਰਵਾਂ ਹੁੰਗਾਰਾ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਜਾਣ ਦੇ ਚਾਹਵਾਨ ਭਾਰਤੀ ਪੇਸ਼ੇਵਰਾਂ ਲਈ ਇੱਕ ਚੰਗੀ ਖਬਰ ਹੈ। ਬਾਈਡਨ ਪ੍ਰਸ਼ਾਸਨ ਦੀ ਮਨਜ਼ੂਰੀ ਮਿਲਣ ਮਗਰੋਂ H-1B ਵੀਜ਼ਾ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 9 ਮਾਰਚ ਤੋਂ ਸ਼ੁਰੂ ਹੋਵੇਗੀ। ਲਾਟਰੀ ਜ਼ਰੀਏ ਲਾਭਪਾਤਰਾਂ ਦੀ ਚੋਣ ਹੋਵੇਗੀ ਅਤੇ 31 ਮਾਰਚ ਨੂੰ ਘੋਸ਼ਿਤ ਕੀਤੇ ਜਾਣਗੇ। ਇਹ ਰਜਿਸਟ੍ਰੇਸ਼ਨ ਸਾਲ 2022 ਲਈ ਹੋਵੇਗੀ। ਜ਼ਿਕਰਯੋਗ ਹੈ ਕਿ H-1B ਵੀਜ਼ਾ ਜ਼ਰੀਏ ਵੱਡੀ ਗਿਣਤੀ ਵਿੱਚ ਭਾਰਤ ਦੇ ਕੁਸ਼ਲ ਪੇਸ਼ੇਵਰ ਅਮਰੀਕਾ ਜਾਂਦੇ ਹਨ ਅਤੇ ਉੱਥੇ ਨੌਕਰੀ ਕਰਦੇ ਹਨ। ਇਹਨਾਂ ਵਿੱਚ ਵੱਡੀ ਗਿਣਤੀ ਵਿੱਚ IT ਪੇਸ਼ੇਵਰ ਹੁੰਦੇ ਹਨ। ਵੀਜ਼ਾ ਰਜਿਸਟ੍ਰੇਸ਼ਨ ਖੁੱਲਣ ਨਾਲ ਭਾਰਤੀ ਪੇਸ਼ੇਵਰਾਂ ਨੂੰ ਵੱਡਾ ਮੌਕਾ ਮਿਲਣ ਦੀ ਸੰਭਾਵਨਾ ਹੈ। US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਇਹ ਨੋਟੀਫਿਕੇਸ਼ਨ ਬਾਈਡਨ ਪ੍ਰਸ਼ਾਸਨ ਦੀ ਉਸ ਘੋਸ਼ਣਾ ਦੇ ਬਾਅਦ ਜਾਰੀ ਹੋਈ ਜਿਸ ਵਿੱਚ ਕਿਹਾ ਗਿਆ ਹੈ ਕਿ ਆਗਾਮੀ ਸਾਲ ਲਈ H-1B ਵੀਜ਼ਾ ਰਵਾਇਤੀ ਲਾਟਰੀ ਸਿਸਟਮ ਦੀ ਵਰਤੋਂ ਹੋਵੇਗੀ। ਜ਼ਿਕਰਯੋਗ ਹੈ ਕਿ USCIS ਹਰੇਕ ਸਾਲ 65,000 H-1B ਵੀਜ਼ਾ ਜਾਰੀ ਕਰਦਾ ਹੈ। ਇਸ ਤੋਂ ਇਲਾਵਾ 20,000 H-1B ਵੀਜ਼ਾ ਵਿਦੇਸ਼ੀ ਵਿਦਿਆਰਥੀਆਂ ਲਈ ਜਾਰੀ ਕੀਤੇ ਜਾਂਦੇ ਨੇ। ਇਹ ਵੀਜ਼ਾ ਉਹਨਾਂ ਵਿਦਿਆਰਥੀਆਂ ਨੂੰ ਮਿਲਦੇ ਨੇ ਜੋ ਉੱਚ ਸਿੱਖਿਅਤ ਹੁੰਦੇ ਨੇ ਅਤੇ ਅਮਰੀਕੀ ਯੂਨੀਵਰਸਿਟੀਆਂ ਵਿੱਚ ਵਿਗਿਆਨ, ਤਕਨੀਕ, ਗਣਿਤ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਦਾ ਸ਼ੋਧ ਕਰਨਾ ਚਾਹੁੰਦੇ ਨੇ। ਰਜਿਸਟ੍ਰੇਸ਼ਨ 9 ਮਾਰਚ ਤੋਂ ਸ਼ੁਰੂ ਹੋਵੇਗੀ ਤੇ 25 ਮਾਰਚ ਤੱਕ ਜਾਰੀ ਰਹੇਗੀ। ਇਸ ਵੀਜ਼ਾ ਜ਼ਰੀਏ ਵਿਦੇਸ਼ੀ ਨਾਗਰਿਕ ਅਮਰੀਕਾ ਜਾ ਕੇ ਉੱਥੋਂ ਦੀਆਂ ਕੰਪਨੀਆਂ ਵਿੱਚ ਕੰਮ ਕਰ ਸਕਦੇ ਨੇ। ਇਹ ਵੀਜ਼ਾ ਕੁਸ਼ਲ ਪੇਸ਼ੇਵਰਾਂ ਨੂੰ ਦਿੱਤਾ ਜਾਂਦਾ ਹੈ ਜੋ ਅਮਰੀਕਾ ਵਿੱਚ ਉੱਚ ਕੁਸ਼ਲ ਵਾਲੇ ਕੰਮ ਕਰਦੇ ਨੇ। ਵੀਜ਼ਾ ਪ੍ਰਾਪਤ ਕਰਨ ਵਾਲੇ 1 ਅਕਤੂਬਰ ਤੋਂ ਅਮਰੀਕਾ ਵਿੱਚ ਕੰਮ ਕਰ ਸਕਣਗੇ। ਇੱਥੇ ਦੱਸ ਦਈਏ ਕਿ ਅਮਰੀਕਾ ਵਿੱਚ ਨਵਾਂ ਵਿੱਤ ਸਾਲ 1 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ। ਅਮਰੀਕੀ ਕੈਪੀਟਲ ਤੇ ਪਿਛਲੇ ਸਾਲ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਨੂੰ ਲੈ ਕੇ ਸੰਸਦ ਮੈਂਬਰਾਂ ਨੇ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ। ਕੁਝ ਸੰਸਦ ਮੈਂਬਰ ਕੈਪੀਟਲ ਵਿੱਚ ਆਪਣੀ ਸੁਰੱਖਿਆ ਲਈ ਭੱਜ ਰਹੇ ਸਨ ਜਦਕਿ ਕੁਝ ਨੇੜੇ ਸਥਿਤ ਆਪਣੇ ਦਫ਼ਤਰਾਂ ਤੋਂ ਇਸ ਘਟਨਾ ਨੂੰ ਦੇਖ ਰਹੇ ਸਨ। ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਦੰਗੇਕਾਰੀਆਂ ਨੇ ਕੈਪੀਟਲ ਭਵਨ ਤੇ ਹਮਲਾ ਕੀਤਾ ਅਤੇ ਇਸ ਦੌਰਾਨ ਬੇਮਿਸਾਲ ਹਿੰਸਾ ਹੋਈ ਅਤੇ ਹਫੜਾ ਦਫੜੀ ਮਚੀ। ਕੈਲੀਫੋਰਨੀਆ ਤੋਂ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰ ਮਾਰਕ ਕਾਰਨਾ ਨੇ ਸਦਨ ਵਿੱਚ ਦਿੱਤੇ ਆਪਣੇ ਭਾਸ਼ਣ 'ਚ ਕਿਹਾ ਕਿ ਮੈਂ ਕਦੇ ਵੀ ਇਸ ਤਰ੍ਹਾਂ ਦੀ ਘਟਨਾ ਦੀ ਕਲਪਨਾ ਨਹੀਂ ਕੀਤੀ ਸੀ। ਇਸ ਘਟਨਾ ਵਿੱਚ 5 ਲੋਕਾਂ ਦੀ ਮੌਤ ਹੋਈ ਸੀ ਅਤੇ 100 ਤੋਂ ਵਧੇਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਡੋਨਾਲਡ ਟਰੰਪ ਵਿਰੁੱਧ ਮਹਾਦੋਸ਼ ਦੀ ਕਾਰਵਾਈ ਨੂੰ ਸਾਬਕਾ ਰਾਸ਼ਟਰਪਤੀ ਨੂੰ ਬਗਾਵਤ ਲਈ ਉਕਸਾਉਣ ਦੀ ਕੋਸ਼ਿਸ਼ ਤੋਂ ਵਧੇਰੇ ਮੰਨਿਆ ਜਾ ਰਿਹਾ ਹੈ। ਇਸ ਸਾਲ 200 ਸਾਲਾਂ ਵਿੱਚ ਅਮਰੀਕੀ ਕੈਪੀਟਲ ਤੇ ਸਭ ਤੋਂ ਖਰਾਬ ਹਮਲੇ ਦੀ ਯਾਦ ਦਾ ਮੌਕਾ ਹੈ। ਸਾਬਕਾ ਰਾਸ਼ਟਰਪਤੀ ਦੇ ਸਮਰਥਕ ਮਹਾਦੋਸ਼ ਦੇ ਮੁਕੱਦਮੇ ਵੈਧਤਾ ਤੇ ਸ਼ੱਕ ਜਤਾ ਰਹੇ ਨੇ ਜੋ ਬਾਈਡਨ ਦੀ ਚੋਣ ਨੂੰ ਚੁਣੌਤੀ ਦੇਣ ਲਈ ਟਰੰਪ ਦੇ ਪ੍ਰਮੁੱਖ ਲੋਕਾਂ 'ਚ ਸ਼ਾਮਲ ਰਹੇ ਸੇਨ ਟੇਡ ਕਰੂਜ਼ ਨੇ ਸੈਨੇਟ ਦੇ ਮਹਾਦੋਸ਼ ਦਾ ਮਜ਼ਾਕ ਉਡਾਉਂਦੇ ਹੋਏ ਇਸ ਨੂੰ ਇੱਕ ਸ਼ਰੋ ਟਰਾਇਲ ਅਤੇ ਸਮੇਂ ਦੀ ਬਰਬਾਦੀ ਦੱਸਿਆ। ਉਹਨਾਂ ਨੇ ਕਿਹਾ ਇਹ ਅੱਗੇ ਵਧਣ ਦਾ ਸਮਾਂ ਹੈ ਪਰ ਸਾਬਕਾ ਵਕੀਲ ਸਟੇਨ ਰਿਚਰਡ ਬਲੂਮੈਂਥਨ ਨੇ ਕਿਹਾ ਕਿ ਇੱਕ ਮੁਕੱਦਮੇ ਦਾ ਫੈਸਲਾ ਜਾਂ ਨਤੀਜਾ ਜਨਤਾ ਤੇ ਪ੍ਰਭਾਵ ਪਾ ਸਕਦਾ ਹੈ। ਕਈ ਸੰਸਦ ਮੈਂਬਰ ਵੀਰਵਾਰ ਦੇਰ ਸ਼ਾਮ ਸਦਨ ਦੇ ਬਾਹਰ ਖੜੇ ਹੋਏ ਅਤੇ ਉਹਨਾਂ ਨੇ ਇਸ ਘਟਨਾ ਨੂੰ ਲੈ ਕੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਕਿਹਾ ਕਿ ਕੈਪੀਟਲ ਮੈਦਾਨ ਦੇ ਬਾਹਰ ਜ਼ਬਰਦਸਤ ਭੀੜ ਸੀ ਅਤੇ ਚੀਕਾਂ ਅਤੇ ਹਾਲ ਦੇ ਸ਼ੀਸ਼ੇ ਟੁੱਟਣ ਦੀਆਂ ਆਵਾਜ਼ਾਂ ਸੁਣਾਈਆਂ ਦੇ ਰਹੀਆਂ ਸਨ। ਨਿਊਯਾਰਕ ਤੋਂ ਡੈਮੋਕ੍ਰੈਟਿਕ ਸੰਸਦ ਮੈਂਬਰ ਅਲੈਗਜ਼ੈਂਡਰੀਆ ਓਕਸੀਓ-ਕੋਰਟੇਜ਼ ਨੇ ਕਿਹਾ ਕਿ ਉਸ ਦਿਨ ਨਾਲ ਸੰਬੰਧਿਤ ਕਈ ਵਿਅਕਤੀਗਤ ਤਜਰਬੇ ਹਨ। ਉਹਨਾਂ ਨੇ ਖੁਦ ਦੰਗਾਕਾਰੀਆਂ ਦਾ ਸਾਹਮਣਾ ਕੀਤਾ ਅਤੇ ਉਸ ਦਿਨ ਜੋ ਹੋਇਆ ਉਹ ਕਾਫੀ ਨਿੰਦਣਯੋਗ ਸੀ।
ਕੈਲੀਫੋਰਨੀਆ ਸੂਬੇ ਵਿੱਚ ਕਰੋਨਾ ਮਹਾਮਾਰੀ ਦੇ ਚਲਦਿਆਂ ਸੁਰੱਖਿਆ ਕਾਰਨਾਂ ਕਰਕੇ ਰਾਜ ਸਰਕਾਰ ਦੁਆਰਾ ਧਾਰਮਿਕ ਸਥਾਨਾਂ, ਪੂਜਾ ਘਰਾਂ ਜਿਵੇਂ ਕਿ ਚਰਚ ਆਦਿ ਵਿੱਚ ਇੰਡੋਰ ਸੇਵਾਵਾਂ ਸੰਬੰਧੀ ਸਖਤ ਨਿਯਮ ਲਾਗੂ ਕੀਤੇ ਗਏ ਨੇ। ਇਨ੍ਹਾਂ ਨਿਯਮਾਂ ਦੇ ਸੰਬੰਧ ਵਿੱਚ ਸੁਪਰੀਮ ਕੋਰਟ ਨੇ ਕਰੋਨਾ ਵਾਇਰਸ ਮਹਾਮਾਰੀ ਦੌਰਾਨ ਕੈਲੀਫੋਰਨੀਆ ਰਾਜ ਦੁਆਰਾ ਇੰਡੋਰ ਚਰਚ ਸੇਵਾਵਾਂ ਤੇ ਲੱਗੀਆਂ ਕੁਝ ਪਾਬੰਦੀਆਂ ਨੂੰ ਰੋਕ ਦਿੱਤਾ। ਇਸ ਮਾਮਲੇ ਵਿੱਚ ਸੈਨ ਡਿਏਗੋ ਨੇੜੇ 600 ਸੀਟਾਂ ਵਾਲੀ ਸਾਊਥ ਬੇ ਯੂਨਾਈਟਿਡ ਪ੍ਰੋਟੋਕੋਲ ਪੈਂਟੋਕੋਸਟਲ ਚਰਚ ਅਤੇ 1250 ਸੀਟਾਂ ਵਾਲੀ ਹਾਰਵੈਸਟ ਰਾਕ ਚਰਚ ਨੇ ਇੱਕ ਬੇਨਤੀ ਰਾਹੀਂ ਰਾਜ ਦੇ ਕੁਝ ਹਿੱਸਿਆਂ ਵਿੱਚ ਚਰਚਾਂ ਵਿਚਲੀਆਂ ਸਾਰੀਆਂ ਇੰਡੋਰ ਸੇਵਾਵਾਂ ਤੇ ਪਾਬੰਦੀਆਂ ਲਾਗੂ ਕਰਦੇ ਨਿਯਮਾਂ ਉੱਪਰ ਰੋਕ ਲਗਾਉਣ ਲਈ ਕਿਹਾ ਸੀ। 3 ਦੀ ਬਹੁਗਿਣਤੀ ਦੇ ਫੈਸਲੇ ਨੇ ਰਾਜ ਨੂੰ ਕਰੋਨਾ ਵਾਇਰਸ ਦੇ ਫੈਲਣ ਨਾਲ ਸੰਬੰਧਿਤ ਅੰਦਰੂਨੀ ਸੇਵਾਵਾਂ ਤੇ ਰੋਕ ਲਗਾਉਣ ਦੇ ਫੈਸਲੇ ਨੂੰ ਉਲਟਾਇਆ ਹੈ, ਪਰ ਇਸ ਦੇ ਨਾਲ ਹੀ ਅਦਾਲਤ ਨੇ ਅੰਦਰੂਨੀ ਸੇਵਾਵਾਂ ਵਿੱਚ ਇਮਾਰਤ ਦੇ ਆਕਾਰ ਦੇ ਆਧਾਰ ਤੇ ਲੋਕਾਂ ਨੂੰ ਖੜੇ ਹੋਣ ਦੀ ਆਗਿਆ ਦੇਣ ਦੇ ਨਾਲ ਰਾਜ ਨੂੰ ਭਜਨ ਆਦਿ ਗਾਉਣ ਤੇ ਰੋਕ ਲਾਉਣ ਦੇ ਅਧਿਕਾਰ ਦਿੱਤੇ। ਕੈਲੀਫੋਰਨੀਆ ਕਰੋਨਾ ਵਾਇਰਸ ਤਾਲਾਬੰਦੀ ਦੌਰਾਨ ਖੇਤਰ ਵਿੱਚ ਪਾਬੰਦੀਆਂ ਲਗਾਉਣ ਲਈ 4 ਪੱਧਰੀ ਟੀਅਰ ਪ੍ਰਣਾਲੀ ਦੀ ਵਰਤੋਂ ਕਰਦਾ ਹੈ ਅਤੇ ਸੰਯੁਕਤ ਰਾਜ ਦੀ 9ਵੀਂ ਸਰਕਟ ਅਪੀਲ ਦੀ ਅਦਾਲਤ ਨੇ ਇਸ ਮਹੀਨੇ ਰਾਜ ਦੇ ਸਭ ਤੋਂ ਉੱਚ ਪੱਧਰੀ ਜੋਖਮ ਵਾਲੀਆਂ ਕਾਉਂਟੀਆਂ ਵਿੱਚ ਇੰਡੋਰ ਸੇਵਾਵਾਂ ਵਾਲੇ ਪੂਜਾ ਘਰਾਂ ਤੇ ਮਨਾਹੀ ਨੂੰ ਕਾਇਮ ਰੱਖਿਆ ਹੈ। ਅਮਰੀਕੀ ਕਾਂਗਰਸ ਦੇ ਸ਼ਕਤੀਸ਼ਾਲੀ ਇੰਡੀਅਨ ਕਾਕਸ ਦੇ ਨੇਤਾਵਾਂ ਨੇ ਭਾਰਤ ਸਰਕਾਰ ਨੂੰ ਜਮਹੂਰੀ ਕਦਰਾਂ ਕੀਮਤਾਂ ਦਾ ਸਨਮਾਨ ਯਕੀਨੀ ਬਣਾਉਂਦੇ ਹੋਏ ਸ਼ਾਂਤਮਈ ਪ੍ਰਦਰਸ਼ਨਾਂ ਦੀ ਆਗਿਆ ਦੇਣ ਅਤੇ ਇੰਟਰਨੈਟ ਬਹਾਲ ਕਰਨ ਦੀ ਅਪੀਲ ਕੀਤੀ। ਕਾਕਸ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਮੁੱਦੇ ਤੇ ਚਰਚਾ ਤੋਂ ਬਾਅਦ ਇਹ ਅਪੀਲ ਕੀਤੀ। ਕਾਂਗਰਸ ਦੇ ਇੰਡੀਆ ਕਾਕਸ ਦੇ ਸਹਿ ਚੇਅਰਮੈਨ MP ਬ੍ਰੈਡ ਸ਼ੇਰਮੈਨ ਨੇ ਕਿਹਾ ਕਿ ਉਹਨਾਂ ਨੇ ਆਪਣੇ ਦੂਜੇ ਰਿਪਬਲਿਕਨ ਸੰਸਦ ਮੈਂਬਰ ਸਟੀਵ ਕੈਬਟ ਅਤੇ ਉਪ ਪ੍ਰਧਾਨ ਰੌਕ ਖੰਨਾ ਨਾਲ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਇਸ ਬਾਰੇ ਚਰਚਾ ਕੀਤੀ। ਇਹ ਇੰਡੀਆ ਕਾਕਸ ਦੀ ਪਹਿਲੀ ਮੁਲਾਕਾਤ ਸੀ। ਜੇਕਰ ਕੁਝ ਸਿੱਖਣਾ ਜਾਂ ਪ੍ਰਾਪਤ ਕਰਨ ਦੀ ਇੱਛਾ ਹੋਵੇ ਤਾਂ ਉਮਰ ਇਸ ਵਿੱਚ ਮਾਇਨੇ ਨਹੀਂ ਰੱਖਦੀ। ਜੇਕਰ ਮਨੁੱਖ ਵਿੱਚ ਇੱਛਾ ਹੋਵੇ ਤਾਂ ਕਿਸੇ ਵੀ ਉਮਰ ਵਿੱਚ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਦੀ ਇੱਕ ਉਦਾਹਰਣ ਅਮਰੀਕਾ ਦੇ ਓਯੋ ਵਿੱਚ ਮਿਲੀ। ਇੱਥੇ ਇੱਕ ਸਾਬਕਾ ਸੈਨਿਕ ਨੂੰ ਉਸਦੀ ਦ੍ਰਿੜ ਇੱਛਾ ਸਦਕਾ ਹਾਈ ਸਕੂਲ ਡਿਪਲੋਮਾ ਤਕਰੀਬਨ 70 ਸਾਲਾਂ ਬਾਅਦ ਪ੍ਰਾਪਤ ਹੋਇਆ। ਇਸ ਮਾਮਲੇ ਵਿੱਚ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਇਸ ਵਿਅਕਤੀ ਨੂੰ ਡਿਪਲੋਮੇ ਦੇ ਖਾਸ ਤੌਰ ਤੇ ਤੋਹਫਾ ਦਿੱਤਾ ਗਿਆ। ਓਯੋ ਦੇ ਕਲਾਈਡ ਨਾਲ ਸੰਬੰਧਿਤ ਵਿੰਸ ਗਲੋਮਬੀਓਸਕੀ ਨਾਮ ਦੇ ਸਾਬਕਾ ਸੈਨਿਕ ਨੂੰ ਆਖਰਕਾਰ ਉਸਦੇ ਪਰਿਵਾਰ ਦੁਆਰਾ ਸਕੂਲ ਬੋਰਡ ਨੂੰ ਆਪਣੀ ਦਾਦਾ ਜੀ ਦੀ ਇੱਛਾ ਪੂਰੀ ਕਰਨ ਦੀ ਬੇਨਤੀ ਕੀਤੀ ਜਾਣ ਦੇ ਬਾਅਦ ਇਹ ਹਾਈ ਸਕੂਲ ਡਿਪਲੋਮਾ ਮਿਲਿਆ। 88 ਸਾਲਾ ਵਿੰਸ ਉਸ ਸਮੇਂ ਸਿਰਫ 17 ਸਾਲਾਂ ਦਾ ਸੀ ਜਦੋਂ ਉਹ ਹਵਾਈ ਸੈਨਾ ਵਿੱਚ ਭਰਤੀ ਹੋ ਕੇ ਕੋਰੀਆ ਦੀ ਲੜਾਈ ਵਿੱਚ ਆਪਣਾ ਯੋਗਦਾਨ ਪਾਉਣ ਗਿਆ ਸੀ। ਉਸ ਸਮੇਂ ਵਿੰਸ ਕਲਾਈਡ ਹਾਈ ਸਕੂਲ ਵਿੱਚ ਇੱਕ ਸੀਨੀਅਰ ਸੀ ਅਤੇ ਉਸਦੀ ਪੜ੍ਹਾਈ ਪੂਰੀ ਹੋਣ ਦੇ ਕਰੀਬ ਸੀ। ਫੌਜ ਵਿੱਚ ਆਉਣ ਦੇ ਬਾਅਦ ਗਲੋਮਬੀਓਸਕੀ ਨੇ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਕੋਲ ਹਾਈ ਸਕੂਲ ਡਿਪਲੋਮਾ ਲੈਣ ਬਾਰੇ ਆਪਣੀ ਇੱਛਾ ਪ੍ਰਗਟ ਕੀਤੀ, ਜਿਸ ਦੇ ਬਾਅਦ ਆਖਰਕਾਰ 4 ਜਨਵਰੀ ਨੂੰ ਵਿੰਸ ਦਾ ਹਾਈ ਸਕੂਲ ਡਿਪਲੋਮਾ ਪ੍ਰਾਪਤ ਹੋਇਆ ਅਤੇ ਇਸ ਸੰਬੰਧੀ ਇੱਕ ਵੀਡੀਓ ਫੇਸਬੁੱਕ ਤੇ ਵੀ ਸਾਂਝੀ ਕੀਤੀ ਗਈ। ਵਿੰਸ ਨੂੰ ਮਿਲੇ ਇਸ ਸਨਮਾਨ ਦੇ ਸੰਬੰਧ ਵਿੱਚ ਉਸਦੇ ਪਰਿਵਾਰ ਅਨੁਸਾਰ ਉਹਨਾਂ ਲਈ ਵਿੰਸ ਨੂੰ ਗ੍ਰੈਜੂਏਟ ਦੇ ਤੌਰ ਤੇ ਵੇਖਣਾ ਇੱਕ ਬਹੁਤ ਵੱਡਾ ਸਨਮਾਨ ਹੈ। ਅਮਰੀਕਾ ਦੇ ਕੁਝ ਰਾਜਾਂ ਵਿੱਚ ਇਸ ਹਫ਼ਤੇ ਹੋਈ ਬਰਫ਼ਬਾਰੀ ਕਾਰਨ ਆਇਓਵਾ ਵਿੱਚ ਇੱਕ ਸੜਕ ਹਾਦਸੇ ਵਿੱਚ ਲਗਭਗ 40 ਵਾਹਨਾਂ ਦੇ ਟਕਰਾਉਣ ਦੀ ਘਟਨਾ ਵਾਪਰੀ ਹੈ। ਇਹ ਹਾਦਸਾ ਕੇਂਦਰੀ ਆਇਓਵਾ ਵਿੱਚ ਨੂੰ ਇੰਟਰਸਟੇਟ 80 ਵਿਖਰੇ ਵਾਪਰਿਆ, ਜਿਸ ਦੇ ਬਾਅਦ ਇਸ ਰਸਤੇ ਨੂੰ ਬੰਦ ਕਰ ਦਿੱਤਾ ਗਿਆ। ਇਸ ਹਾਦਸੇ ਵਿੱਚ ਸੰਬੰਧ ਵਿੱਚ ਆਇਓਵਾ ਸਟੇਟ ਪੈਟਰੋਲ ਅਧਿਕਾਰੀਆਂ ਨੇ ਦੱਸਿਆ ਕਿ ਇਸ ਖੇਤਰ ਵਿੱਚ ਕਈ ਵਾਹਨਾਂ ਦੀ ਟੱਕਰ ਨਾਲ ਕਈ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ, ਪਰ ਹਾਦਸੇ ਵਿੱਚ ਕੋਈ ਮੌਤ ਨਹੀਂ ਹੋਈ। ਇਸ ਦੇ ਇਲਾਵਾ ਆਇਓਵਾ ਟਰਾਂਸਪੋਰਟੇਸ਼ਨ ਵਿਭਾਗ ਅਨੁਸਾਰ ਇਸ ਹਾਦਸੇ ਦੇ ਬਾਅਦ ਉੱਥੇ ਮੌਜੂਦ ਸੈਨਾ ਦੇ 2 ਜਵਾਨਾਂ ਨੇ ਜ਼ਖਮੀਆਂ ਦੀ ਸਹਾਇਤਾ ਕੀਤੀ। ਇਸ ਹਾਦਸੇ ਵਿੱਚ ਹਾਈਵੇ ਉੱਪਰ ਕਈ ਟ੍ਰੇਲਰ ਅਤੇ ਟਰੱਕਾਂ ਸਮੇਤ ਕਈ ਵਾਹਨ ਸੜਕਾਂ ਤੋਂ ਹੇਠਾਂ ਉਤਰ ਗਏ ਸਨ। ਆਇਓਵਾ ਵਿੱਚ ਭਾਰੀ ਬਰਫ਼ਬਾਰੀ ਕਾਰਨ ਅਧਿਕਾਰੀਆਂ ਦੁਆਰਾ ਡਰਾਈਵਰਾਂ ਨੂੰ ਸੜਕਾਂ ਤੋਂ ਦੂਰ ਰਹਿਣ ਦੇ ਨਾਲ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ। ਸੰਯੁਕਤ ਰਾਸ਼ਟਰ ਵੱਲੋਂ ਆਪਣੇ ਨਵੇਂ ਸਕੱਤਰ ਜਨਰਲ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਆਲਮੀ ਸੰਸਥਾ ਵੱਲੋਂ ਆਪਣੇ 193 ਮੈਂਬਰ ਦੇਸ਼ਾਂ ਨੂੰ ਸੰਗਠਨ ਦੇ ਮੁਖੀ ਅਤੇ ਕਾਰਜਕਾਰੀ ਅਧਿਕਾਰੀ ਲਈ ਉਮੀਦਵਾਰਾਂ ਦੇ ਨਾਂ ਦਾਖਲ ਕਰਨ ਲਈ ਕਿਹਾ ਗਿਆ ਹੈ। ਜਨਰਲ ਅਸੈਂਬਲੀ ਦੇ ਪ੍ਰਧਾਨ ਵੋਲਕਨ ਵੋਜ਼ੀਕਰ ਅਤੇ UN 'ਚ ਬਰਤਾਨਵੀ ਸਫੀਰ ਅਤੇ ਸੁਰੱਖਿਆ ਕੌਂਸਲ ਵਿੱਚ ਇਸ ਮਹੀਨੇ ਦੀ ਪ੍ਰਧਾਨ ਬਾਰਬਰਾ ਵੁੱਡਵਰਡ ਵੱਲੋਂ ਇੱਕ ਪੱਤਰ ਤੇ ਵਰਚੁਅਲ ਦਸਤਖਤ ਕਰਨ ਮਗਰੋਂ ਇਹ ਅਧਿਕਾਰਤ ਪ੍ਰਕਿਰਿਆ ਸ਼ੁਰੂ ਹੋਈ। ਸਕੱਤਰ ਜਨਰਲ ਐਂਟੋਨੀਓ ਗੁਟਰੇਸ, ਜਿਨ੍ਹਾਂ ਦਾ ਮੌਜੂਦਾ ਕਾਰਜਕਾਲ 31 ਦਸੰਬਰ ਨੂੰ ਖਤਮ ਹੋਣਾ ਹੈ, ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਇਸ ਅਹੁਦੇ ਲਈ ਦੂਜੀ ਵਾਰ ਆਪਣੀ ਉਮੀਦਵਾਰੀ ਪੇਸ਼ ਕਰਨਗੇ।
ਜਾਣਗੇ। ਦੂਜੇ ਪਾਸੇ यूएनए 'ਚ ਹਾਂਡ ਰੂਸ ਦੀ ਸਫੀਰ ਮੈਰੀ ਐਲਿਜ਼ਾਬੈਥ ਫਲੋਰੇਸ ਫਲੇਕ ਨੇ ਇਸ ਸੰਬੰਧ ਵਿੱਚ यूएन ਦੇ ਸਾਰੇ ਮੈਂਬਰ ਦੇਸ਼ਾਂ ਨੂੰ ਪੱਤਰ ਭੇਜ ਕੇ ਕਿਹਾ ਕਿ ਹੁਣ ਤੱਕ ਕਦੇ ਵੀ ਇਸ ਸੰਗਠਨ ਦੀ ਮਹਿਲਾ ਸਕੱਤਰ ਜਨਰਲ ਨਹੀਂ ਬਣੀ। ਉਹਨਾਂ ਨੇ ਸਾਰੇ ਮੈਂਬਰ ਦੇਸ਼ਾਂ ਨੂੰ ਮਹਿਲਾ ਉਮੀਦਵਾਰਾਂ ਦਾ ਨਾਂ ਪੇਸ਼ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਜਨਰਲ ਅਸੈਂਬਲੀ ਵੱਲੋਂ ਜਨਰਲ ਸਕੱਤਰ ਦੀ ਚੋਣ 15 ਮੈਂਬਰੀ ਸੁਰੱਖਿਆ ਕੌਂਸਲ ਦੀ ਸਿਫਾਰਿਸ਼ ਤੇ ਕੀਤੀ ਜਾਂਦੀ ਹੈ। ਇਸ ਦੇ 5 ਸਥਾਈ ਮੈਂਬਰਾਂ ਅਮਰੀਕਾ, ਰੂਸ, ਚੀਨ, ਬਰਤਾਨੀਆ ਤੇ ਫਰਾਂਸ ਕੋਲ ਵੀਟੋ ਪਾਵਰ ਹੈ ਅਤੇ ਉਹਨਾਂ ਦੀ ਹਮਾਇਤ ਅਹਿਮ ਹੁੰਦੀ ਹੈ। ਵੁੱਡਵਾਰਡ ਅਤੇ ਬੋਸਕੀਰ ਨੇ ਕਿਹਾ ਕਿ ਉਮੀਦਵਾਰਾਂ ਨਾਲ ਰਸਮੀ ਸੰਵਾਦ ਮਈ-ਜੂਨ ਤੱਕ ਸੁਰੱਖਿਆ ਕੌਂਸਲ ਵੱਲੋਂ ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਹੋਵੇਗਾ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਅਮਰੀਕਾ ਕੌਮਾਂਤਰੀ ਢਾਂਚੇ ਦੀ ਗਲਤ ਵਰਤੋਂ ਲਈ ਚੀਨ ਦੀ ਜ਼ਿੰਮੇਵਾਰੀ ਤੈਅ ਕਰੇਗਾ। ਬਲਿੰਕਨ ਨੇ ਕਿਹਾ ਕਿ ਉਹਨਾਂ ਆਪਣੇ ਚੀਨੀ ਹਮਰੁਤਬਾ ਜੈਂਗ ਜੀਏਚੀ ਨਾਲ ਫੋਨ ਉੱਤੇ ਹੋਈ ਗੱਲਬਾਤ ਦੌਰਾਨ ਸ਼ਿਨਜਿਆਂਗ, ਤਿੱਬਤ ਤੇ ਹਾਂਗਕਾਂਗ ਵਿੱਚ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਮੁੱਦੇ ਉਠਾਏ ਹਨ। ਬਲਿੰਕਨ ਨੇ ਕਿਹਾ ਕਿ ਅਮਰੀਕੀ ਮਨੁੱਖੀ ਹੱਕਾਂ ਤੇ ਲੋਕਤਾਂਤਰਿਕ ਕਦਰਾਂ ਕੀਮਤਾਂ ਲਈ ਆਵਾਜ਼ ਬੁਲੰਦ ਕਰਦਾ ਰਹੇਗਾ। ਇਸੇ ਦੌਰਾਨ ਵਾਈਟ ਹਾਊਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਾਈਡਨ ਪ੍ਰਸ਼ਾਸਨ ਅਮਰੀਕਾ ਨੂੰ ਚੀਨ ਨਾਲ ਰਣਨੀਤਿਕ ਮੁਕਾਬਲੇ ਵਿੱਚ ਦੇਖਦਾ ਹੈ ਤੇ ਤਕਨੀਕ ਇਸ ਦਾ ਕੇਂਦਰੀ ਕਾਰਜ ਖੇਤਰ ਹੈ। ਵਾਈਟ ਹਾਊਸ ਦੇ ਅਧਿਕਾਰੀ ਨੇ ਦੱਸਿਆ ਕਿ ਚੀਨ ਦਾ ਮੰਤਵ ਅਮਰੀਕਾ ਦੀ ਲੰਬੇ ਸਮੇਂ ਤੋਂ ਬਰਕਰਾਰ ਤਕਨੀਕੀ ਮਹਾਰਤ ਤੋਂ ਅੱਗੇ ਲੰਘਣਾ ਹੈ। ਇਸ ਬਾਰੇ ਕੋਈ ਭੁਲੇਖਾ ਨਹੀਂ ਰੱਖਣਾ ਚਾਹੀਦਾ। ਅਮਰੀਕਾ ਨੇ ਨਾਲ ਹੀ ਕਿਹਾ, ਪਰ ਇਸ ਮੰਤਵ ਦੀ ਪ੍ਰਾਪਤੀ ਦੀ ਦੌੜ ਵਿੱਚ ਜਿਹੜੇ ਕੌਮੀ ਸੁਰੱਖਿਆ ਤੇ ਅਰਥ ਵਿਵਸਥਾ ਨਾਲ ਜੁੜੇ ਖਤਰੇ ਪੈਦਾ ਹੋ ਰਹੇ ਹਨ, ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਖੂਫੀਆ ਜਾਣਕਾਰੀਆਂ ਤੱਕ ਪਹੁੰਚ ਦੇਣ ਦੀ ਕੋਈ ਲੋੜ ਨਹੀਂ ਹੈ। ਦੱਸਣਯੋਗ ਹੈ ਕਿ ਪਿਛਲੇ ਕਈ ਰਾਸ਼ਟਰਪਤੀ ਇਸ ਰਵਾਇਤ ਦਾ ਪਾਲਣ ਕਰਦੇ ਆ ਰਹੇ ਨੇ। ਸਾਬਕਾ ਰਾਸ਼ਟਰਪਤੀਆਂ ਨਾਲ ਸਮੇਂ-ਸਮੇਂ ਖੂਫੀਆ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ, ਪਰ ਬਾਈਡਨ ਮੁਤਾਬਕ ਟਰੰਪ ਦਾ ਵਿਹਾਰ ਠੀਕ ਨਹੀਂ ਰਿਹਾ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕੜਾਕੇ ਦੀ ਠੰਡ ਵਿਚਾਲੇ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਨੇ। ਇਸ ਵਿਚਾਲੇ ਹੁਣ ਇਹ ਐਲਾਨ ਕੀਤਾ ਗਿਆ ਹੈ ਕਿ ਯੂਪੀ ਫਾਟਕ ਤੇ ਅੰਦੋਲਨ ਵਾਲੀ ਜਗ੍ਹਾ ਤੇ ਕੈਂਪ ਵਿੱਚ ਰਹਿਣ ਲਈ ਕਿਸਾਨਾਂ ਨੂੰ ਆਧਾਰ ਕਾਰਡ ਦੀ ਇੱਕ ਕਾਪੀ ਨਾਲ 5 ਜ਼ਮਾਨਤੀ ਵੀ ਦੇਣੇ ਪੈਣਗੇ। ਸ਼ਨੀਵਾਰ ਸ਼ਾਮ ਨੂੰ ਯੂਪੀ ਉੱਤਰਾਖੰਡ ਵਿੱਚ ਚੱਕਾ ਜਾਮ ਦੌਰਾਨ ਅਜਿਹੀ ਸੂਚਨਾ ਮਿਲੀ ਸੀ ਕਿ ਕੁਝ ਲੋਕ ਤਿਰੰਗਾ ਹੱਥ ਵਿੱਚ ਲੈ ਕੇ ਕਿਸਾਨਾਂ ਦਾ ਝੰਡਾ ਲੈ ਕੇ ਤੇ ਕੈਂਪ ਲਗਾ ਕੇ ਰਸਤਾ ਰੋਕਣਗੇ। ਫਿਰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਦੋਵਾਂ ਰਾਜਾਂ ਵਿੱਚ 5 ਥਾਵਾਂ ਤੇ ਤੋੜ-ਫੋੜ ਕਰਨ ਦੀ ਯੋਜਨਾ ਸੀ। ਉਹਨਾਂ ਨੇ ਸਖਤ ਸ਼ਬਦਾਂ ਵਿੱਚ ਕਿਹਾ ਕਿ ਅਜਿਹੇ ਲੋਕਾਂ ਨੂੰ ਫੜਨ ਤੋਂ ਬਾਅਦ ਪੁਲਿਸ ਨੂੰ ਸੌਂਪ ਕੇ ਕੇਸ ਦਰਜ ਕਰਵਾਇਆ ਜਾਵੇਗਾ। ਦਰਅਸਲ ਕੇਂਦਰ ਦੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ ਅੱਜ 74ਵਾਂ ਦਿਨ ਹੈ। ਇਸ ਦੌਰਾਨ ਰਾਕੇਸ਼ ਟਿਕੈਤ ਨੇ ਸ਼ਨੀਵਾਰ ਨੂੰ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਦੇਸ਼ ਵਿੱਚ ਚੱਕਾ ਜਾਮ ਦਾ ਪ੍ਰੋਗਰਾਮ ਸਫਲ ਅਤੇ ਸ਼ਾਂਤਮਈ ਰਿਹਾ। 3 ਘੰਟਿਆਂ ਦੀ ਘੋਸ਼ਣਾ ਤੋਂ ਬਾਅਦ ਕਿਸਾਨ 1 ਮਿੰਟ ਵੀ ਸੜਕ ਤੇ ਨਹੀਂ ਟਿਕਿਆ, ਪਰ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਚੱਕਾ ਜਾਮ ਇਸ ਕਾਰਨ ਨਹੀਂ ਹੋਇਆ ਕਿਉਂਕਿ ਕੁਝ ਲੋਕਾਂ ਵੱਲੋਂ ਦੋਵਾਂ ਥਾਵਾਂ ਤੇ 4 ਤੋਂ 5 ਥਾਵਾਂ ਤੇ ਤੋੜ-ਫੋੜ ਕਰਨ ਦੀ ਯੋਜਨਾ ਬਣਾਈ ਗਈ ਸੀ। ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਪਿਛਲੇ 74 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਵਿਰੋਧ ਕਰ ਰਹੇ ਨੇ। ਇਸ ਦੌਰਾਨ ਸ਼ਨੀਵਾਰ ਦੇਰ ਰਾਤ ਟਿਕਰੀ ਸਰਹੱਦ ਤੇ ਇੱਕ ਕਿਸਾਨ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਵਾਲੇ ਕਿਸਾਨ ਦੀ ਪਛਾਣ ਹਰਿਆਣਾ ਦੇ ਕਰਮਵੀਰ ਦੇ ਰੂਪ ਵਿੱਚ ਹੋਈ ਹੈ। ਉਹਨਾਂ ਦੀ ਉਮਰ 52 ਸਾਲ ਸੀ। ਉਹ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਸਿੰਘਵਾਲ ਪਿੰਡ ਦੇ ਰਹਿਣ ਵਾਲੇ ਸਨ। ਸ਼ਨੀਵਾਰ ਰਾਤ ਹੀ ਉਹ ਟਿਕਰੀ ਸਰਹੱਦ ਪਹੁੰਚੇ ਸਨ। ਉਹਨਾਂ ਨੇ ਆਪਣੇ ਸੁਸਾਈਡ ਨੋਟ ਵਿੱਚ ਸਰਕਾਰ ਵੱਲੋਂ ਵਾਰ-ਵਾਰ ਦਿੱਤੀਆਂ ਜਾ ਰਹੀਆਂ ਤਾਰੀਖਾਂ ਤੋਂ ਤੰਗ ਹੋਣ ਦੀ ਗੱਲ ਲਿਖੀ ਹੈ। ਕਰਮਵੀਰ ਨੇ ਸੁਸਾਈਡ ਨੋਟ ਵਿੱਚ ਲਿਖਿਆ ਹੈ ਕਿ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ। ਅੱਗੇ ਉਹਨਾਂ ਨੇ ਲਿਖਿਆ ਹੈ ਕਿ ਪਿਆਰੇ ਕਿਸਾਨ ਭਰਾਵੋ, ਇਹ ਮੋਦੀ ਸਰਕਾਰ ਤਾਰੀਖ ਦੇ ਰਹੀ ਹੈ। ਇਹ ਕਾਲੇ ਕਾਨੂੰਨ ਕਦੋਂ ਰੱਦ ਹੋਣਗੇ ਇਹ ਪਤਾ ਨਹੀਂ। ਜਦੋਂ ਤੱਕ ਇਹ ਕਾਲੇ ਕਾਨੂੰਨ ਨਹੀਂ ਰੱਦ ਹੋਣਗੇ ਉਦੋਂ ਤੱਕ ਅਸੀਂ ਇੱਥੋਂ ਨਹੀਂ ਜਾਵਾਂਗੇ। ਦੱਸਣਯੋਗ ਹੈ ਕਿ 52 ਸਾਲਾ ਕਿਸਾਨ ਕਰਮਵੀਰ ਦੀਆਂ 3 ਧੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਦਾ ਵਿਆਹ ਹੋ ਚੁੱਕਿਆ ਹੈ। ਸ਼ਨੀਵਾਰ ਰਾਤ ਨੂੰ ਉਹਨਾਂ ਨੇ ਟਿਕਰੀ ਸਰਹੱਦ ਤੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਉਹਨਾਂ ਦੀ ਲਾਸ਼ ਪੋਸਟਮਾਰਟਮ ਲਈ ਭੇਜੀ ਗਈ ਹੈ। ਇਸ ਤੋਂ ਪਹਿਲਾਂ ਇਸੇ ਟਿਕਰੀ ਸਰਹੱਦ ਤੇ ਕਿਸਾਨ ਜੈ ਭਗਵਾਨ ਨੇ ਜ਼ਹਿਰ ਖਾ ਲਿਆ ਸੀ। ਉਹਨਾਂ ਨੂੰ ਇਲਾਜ ਲਈ ਸੰਜੇ ਗਾਂਧੀ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ, ਪਰ ਉੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ। ਖੁਦਕੁਸ਼ੀ ਤੋਂ ਪਹਿਲਾਂ ਉਹਨਾਂ ਨੇ ਦੇਸ਼ ਵਾਸੀਆਂ ਦੇ ਨਾਂ ਇੱਕ ਚਿੱਠੀ ਲਿਖੀ ਸੀ। ਕਿਸਾਨ ਅੰਦੋਲਨ ਵਾਲੀਆਂ ਥਾਵਾਂ ਤੇ ਇੰਟਰਨੈਟ ਬੈਨ ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ। ਪਟੀਸ਼ਨ ਵਿੱਚ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਵਿਰੋਧ ਵਾਲੀਆਂ ਥਾਵਾਂ ਤੇ ਇੰਟਰਨੈਟ ਪਾਬੰਦੀ ਹਟਾਉਣ ਦੀ ਮੰਗ ਕੀਤੀ ਗਈ ਹੈ।
ਪਟੀਸ਼ਨ ਵਿੱਚ ਗਣਤੰਤਰ ਦਿਵਸ ਮੌਕੇ ਟਰੈਕਟਰ ਰੈਲੀ ਵਿੱਚ ਇੱਕ ਵਿਅਕਤੀ ਦੀ ਮੌਤ ਨਿਆਇਕ ਜਾਂਚ ਦੀ ਮੰਗ ਕੀਤੀ ਗਈ, ਜਿਸ ਵਿੱਚ ਇਹ ਦੋਸ਼ ਲਗਾਇਆ ਗਿਆ ਹੈ ਕਿ ਉਸ ਦੀ ਮੌਤ ਗੋਲੀ ਲੱਗਣ ਨਾਲ ਹੋਈ ਸੀ। ਲੋਕ ਹਿੱਤ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਕਿਸਾਨ ਪ੍ਰਦਰਸ਼ਨ ਵਾਲੀਆਂ ਥਾਵਾਂ ਤੇ ਇੰਟਰਨੈਟ ਦੀ ਰੋਕ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੁੱਧ ਹੈ, ਜਿਸ ਵਿੱਚ ਇੰਟਰਨੈਟ ਨੂੰ ਬੁਨਿਆਦੀ ਅਧਿਕਾਰ ਕਿਹਾ ਗਿਆ ਹੈ। ਇਹ ਪਟੀਸ਼ਨ ਵਕੀਲ ਸੰਪ੍ਰੀਤ ਸਿੰਘ ਅਜਮਾਨੀ ਅਤੇ ਪੁਸ਼ਪਿੰਦਰ ਸਿੰਘ ਨੇ ਦਾਇਰ ਕੀਤੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਜੰਮੂ ਕਸ਼ਮੀਰ ਵਿੱਚ ਸੁਪਰੀਮ ਕੋਰਟ ਦੇ ਬੁਨਿਆਦੀ ਅਧਿਕਾਰ ਦੇ ਹਿੱਸੇ ਵਜੋਂ ਇੰਟਰਨੈਟ ਦੀ ਵਰਤੋਂ ਕਰਨ ਦੇ ਫੈਸਲੇ ਦੀ ਸਰਕਾਰ ਦੁਆਰਾ ਉਲੰਘਣਾ ਕੀਤੀ ਜਾ ਰਹੀ ਹੈ। ਇੰਟਰਨੈਟ ਨੂੰ ਬੰਦ ਕਰਕੇ ਸਰਕਾਰ ਨੇ ਕਿਸਾਨਾਂ ਨੂੰ ਅਤੇ ਅਸਲ ਪੱਤਰਕਾਰਾਂ ਨੂੰ ਦੇਸ਼ ਸਾਹਮਣੇ ਸੱਚੀ ਤਸਵੀਰ ਲਿਆਉਣ ਤੋਂ ਰੋਕਿਆ ਹੈ। ਇੰਟਰਨੈਟ ਨੇ ਨਾਗਰਿਕਾਂ ਨੂੰ ਗਲੋਬਲ ਪਲੇਟਫਾਰਮ ਤੇ ਆਪਣੇ ਵਿਚਾਰ ਪ੍ਰਗਟ ਕਰਨ ਵਿੱਚ ਸਹਾਇਤਾ ਕੀਤੀ ਅਤੇ ਇਹ ਇੱਕ ਬੁਨਿਆਦੀ ਅਧਿਕਾਰ ਹੈ। ਦੱਸ ਦਈਏ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਹਵਾਲੇ ਨਾਲ ਇੰਟਰਨੈਟ ਨੂੰ ਮੁਅੱਤਲ ਕੀਤਾ ਗਿਆ ਤੇ ਸਿਰਫ ਸਰਕਾਰ ਦੇ ਬਿਆਨ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ, ਜੋ ਬੁਨਿਆਦੀ ਅਧਿਕਾਰਾਂ ਤੇ ਸਪਸ਼ਟ ਹਮਲਾ ਹੈ। ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਵਾਲੇ ਦਿਨ ਹੋਈ ਘਟਨਾ ਵਿੱਚ ਉੱਤਰਾਖੰਡ ਦੇ ਵਸਨੀਕ ਨੌਜਵਾਨ ਨਵਨੀਤ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ, ਪਰ ਪੋਸਟਮਾਰਟਮ ਵਿੱਚ ਮੌਤ ਦੇ ਕਾਰਨ ਸਿਰ ਵਿੱਚ ਸੱਟ ਲੱਗਣਾ ਦੱਸੀ ਗਈ। ਪਟੀਸ਼ਨਕਰਤਾ ਚਾਹੁੰਦੇ ਹਨ ਕਿ ਅਦਾਲਤ ਸਰਕਾਰ ਨੂੰ ਨਿਰਦੇਸ਼ ਦੇਵੇ ਕਿ ਕਿਸਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰਾਜਸਥਾਨ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਕੇਰਲਾ, ਆਂਧਰਾ ਪ੍ਰਦੇਸ਼, ਗੁਜਰਾਤ, ਅਸਾਮ, तेलंगाना, महाराष्ट्र, त्रिपुरा, बिहार समेत होर कई राज्यों में किसानों ने कौमी ते राजमार्ग के धरने दिते। इस दौरान कई जाने हिरासत में लाए गए। संयुक्त किसान मोर्चे के बुलारे PM प्रसाद अनुसार राजस्थान के गंगानगर, हनुमानगढ़, धौलपुर ते झालावाड़ समेत कई थावां ते किसानां वल्लों ਚੱਕਾ जाम किया गया। सूबे विच किसानां दे ਚੱਕਾ जाम नूं ਵੱਖ-ਵੱਖ किसान जथेबंदियां दे नाल-नाल कांग्रेस ने भी हमायत की। गुरुबुरु शांता कुमार की अगवाई हेठ किसानां ने सूबे विच बेंगलुरु नूं आउण जाण वाले राजमार्गां ते धरने दिते। कुछ कन्नड़ हमायती जथेबंदियां भी मुਜ਼ਾਹਰਾਕਾਰੀਆਂ ਦੀ हमायत विच सामने आ गईयां ਅਤੇ उन्हां राज भर विच मुਜ਼ਾਹਰੇ कीते। बंगलुरु, मैसूर, कुलार, कोपल ते होर थावां ते मुਜ਼ਾਹਰੇ ਕੀਤੇ गए। महाराष्ट्र ਦੇ 36 ਜ਼ਿਲ੍ਹਿਆਂ ਵਿੱਚੋਂ 34 ਵਿੱਚ ਪ੍ਰਮੁੱਖ ਸੜਕਾਂ, ਰਾਜ ਜਾਂ ਰਾਸ਼ਟਰੀ ਰਾਜਮਾਰਗਾਂ ਤੇ ਹੋਰ ਅਹਿਮ ਮਾਰਗਾਂ ਤੇ ਜਾਮ ਲਗਾਏ ਗਏ। ਇਸ ਤਰ੍ਹਾਂ ਤੇਲੰਗਾਨਾ ਵਿੱਚ ਚੱਕਾ ਜਾਮ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਵਿੰਧਿਆਸ, ਹੈਦਰਾਬਾਦ, ਚੇਨਈ, ਵਿਜੈਵਾੜਾ ਤੇ ਕੋਚੀ ਵਿੱਚ ਕਿਸਾਨ ਆਗੂ ਤੇ ਕਾਰਕੁਨ ਹਿਰਾਸਤ ਵਿੱਚ ਲਏ ਗਏ। ਬਿਹਾਰ ਵਿੱਚ ਕਈ ਮਾਰਗ ਬੰਦ ਕਰਕੇ ਕਿਸਾਨਾਂ ਨੇ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕੀਤੀ। ਇਸ ਨੂੰ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਨ ਕੌਰ ਮਾਨ ਨੂੰ ਦਿਓ ਆਗਿਆ। ਤੁਸੀਂ ਦੇਖਦੇ ਰਹੋ ਪੰਜਾਬ ਨਿਊਜ਼ USA TV।